जी नाज़रीन, पाकिस्तान 4 साल ਦੀ ਬੱਚੀ ਨੂੰ ਪਹਿਲੇ ਅਗਵਾ ਕਰ ਦਿਆ ਗਿਆ ਹੈ। ਫਿਰ ਜਦੋਂ ਪਤਾ ਚੱਲਿਆ ਕਿ ਅਹਿਮਦੀ ਤੇ ਵੈਸੇ ਹੀ ਮਾਸੂਮ ਹੁੰਦੇ ਨੇ ਤੇ ਜੋ ਵੀ ਸੂਰਤ ਹਾਲ ਹੈ ਉਹ ਇਹਨੂੰ ਵਿਚਾਰੀ ਨੂੰ ਫਿਰ ਸ਼ਹੀਦ ਕਰ ਦਿੱਤਾ ਗਿਆ। ਇਕਲੌਤੀ ਔਲਾਦ ਸੀ। ਇੰਤਹਾਈ ਦੁੱਖ ਭਰੀ ਦਾਸਤਾਨ ਹੈ ਤੇ ਸਭ ਦੋਸਤਾਂ ਨੇ ਇਹਨਾਂ ਦੇ ਵਾਲਿदैन ਦੀ ਵੀਡੀਓ ਯਕੀਨਨ ਦੇਖੀ ਹੋਏਗੀ। ਤੇ ਇਸ ਮੌਜੂ 'ਤੇ ਗੱਲਬਾਤ ਕਰਨ ਲਈ ਤੁਹਾਨੂੰ ਲੈ ਕੇ ਚੱਲੇ ਜਰਮਨੀ। ਉੱਥੇ ਸਾਡੇ ਨਾਲ ਅਫਸਰ ਅਵੈਸ ਸਾਹਿਬ ਨੇ, ਉਹਨਾਂ ਨਾਲ ਗੱਲਬਾਤ ਕਰਨੀ ਆ। ਅਫਸਰ ਸਾਹਿਬ, ਅੱਜ ਨਾ ਇੱਕ ਛੋਟਾ ਮਾਸੂਮ 4 ਸਾਲ ਦਾ ਬੱਚਾ ਤੁਸੀਂ ਵੇਖਿਆ ਥੋੜਾ जिसको जहाँ कहीं भी हमारा बच्चा मिले हमसे रब्ता करे। छोटा सा बच्चा है, 4 साल का मेरा बच्चा है, मासूम है। यही कहना चाहूंगी कि अपने जिस तरह मेरा बच्चा उस तरह आप लोगों के भी बच्चे होंगे। अपने बच्चों का वास्ता आपको मेरे बच्चे की मदद करें, उनको ढूंढ के कोशिश करें ढूंढने की। जो पहले वीडियो एक वायरल हुई थी ना। जी जी बिल्कुल अपना नहीं साहब, मैं ਤੁਹਾਡੇ ਇਲਮ ਦੇ ਇਜ਼ਾਫੇ ਵਾਸਤੇ ਅਗਰ ਤੁਹਾਡੇ ਇਲਮ ਸ਼ਾ ਨਹੀਂ ਤੇ ਮੈਂ ਤੁਹਾਨੂੰ ਵੀ ਜ਼ਿਕਰ ਕਰ ਦੇਣਾ ਚੱਲਦੇ ਆ ਇਸੇ ਮੌਕੇ ਤੋਂ ਕਿ ਮੈਂ ਕੋਈ ਘੰਟਾ ਪਹਿਲਾਂ ਮੈਨੂੰ ਨਾ ਇਹ ਇਤਲਾਹ ਇੱਕ ਦੋਸਤ ਨੇ ਤੁਹਾਡੇ ਪਾਕਿਸਤਾਨ ਨੇ ਵੀਡੀਓਜ਼ ਦੇ ਨਾਲ ਛੋਟੇ ਛੋਟੇ ਕਲਿੱਪਸ ਦੇ ਨਾਲ ਇਹ ਭੇਜੀ ਸੀ ਔਰ ਉਹ ਭੇਜ ਕੇ ਜਦੋਂ ਮੈਂ ਦੇਖੀ ਮੇਰੀ ਨਜ਼ਰ ਚ ਗੁਜ਼ਰੀ ਉਹ ਪਹਿਲਾਂ ਮੈਨੂੰ ਨਹੀਂ ਸੀ ਪਤਾ ਲੇਕਿਨ ਉਹ ਦੇਖ ਕੇ ਇੰਨੀ ਤਬੀਅਤ ਜਿਹੜੀ ਹੈ ਉਹਦੇ ਉੱਤੇ ਅਸਰ ਹੋਇਆ ਕਿ ਯਾਰ ਸਾਡੀ ਜਿਹੜੀ ਕੌਮ ਹੈ ਪਾਕਿਸਤਾਨੀ ਕੌਮ ਉਹਨਾਂ ਨੇ ਦਾਵਾ ਇਹ ਰੱਖਦੇ ਨੇ ਕਿ ਅਸੀਂ ਰਹਿਮਤੁਲ ਆਲਮੀਨ ਨਬੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਪੈਰੋਕਾਰ ਹਾਂ ਅਸੀਂ ਉਹਨਾਂ ਲੇਕਿਨ ਜਿਹੜੇ ਉਹਨਾਂ ਦੇ ਅਮਾਲ ਨੇ ਜਿਹੜੇ ਉਹਨਾਂ ਦੀਆਂ ਹਰਕਤ ਨੇ ਉਹ ਉਸ ਤਾਲੀਮ ਦੇ ਬਿਲਕੁਲ ਖਿਲਾਫ ਜਾ ਪਏ। ਤੁਸੀਂ ਇੱਕ ਚੀਜ਼ ਦੇਖੀ ਹੈ ਕਿ ਪਿਛਲੇ ਸਾਲਾਂ 'ਚ ਇਸ ਦੇ ਵਿੱਚ ਬੜੀ ਤੇਜ਼ੀ ਆ ਗਈ ਹੈ। ਯਾਨੀ ਕਿ ਇਹੋ ਜਿਹੇ ਵਾਕਿਆਤ ਅਸੀਂ ਸੁਣਦੇ ਸਾਂ ਕੁਛ ਅਰਸੇ ਦੇ ਬਾਅਦ ਹੁੰਦਾ ਸੀ ਤੇ ਲੋਕ ਥੋੜੇ ਬਹੁਤੇ ਉਹਦੀ ਜਿਹੜੀ ਇਹ ਨਾ ਉਹਦੇ ਉੱਤੇ ਜ਼ਿਕਰ ਕਰਦੇ ਸਨ ਉਹਦੀ ਜਿਹੜੀ ਜਿਹਨੂੰ ਕਹਿੰਦੇ ਨੇ ਕਿਸੇ ਗੱਲ ਦੇ ਉੱਤੇ ਉਸ ਦਾ ਬੁਰਾ ਭਲਾ ਕਹਿਣਾ ਅਜ਼ਹਾਰ ਕਰਨਾ। ਹੁਣ ਵਕਤ ਇਹ ਆ ਗਿਆ ਕਿ ਉਸ ਕੌਮ ਦੇ ਵਿੱਚ ਉਹ ਲੋਕਾਂ ਦੀ ਵੀ ਕਮੀ ਹੋ ਗਈ ਜਿਹੜੇ ਇਹੋ ਜਿਹੇ ਵਾਕਿਆਤ ਦੇ ਉੱਤੇ ਕੋਈ ਥੋੜਾ ਬੋਲਦੇ ਹੋਣ ਥੋੜਾ ਉਹਨੂੰ ਬੁਰਾ ਸਮਝਦੇ ਹੋਣ। ਯਾਨੀ ਕਿ ਜਿਹਨੂੰ ਕਹਿੰਦੇ ਨੇ ਉੱਤੋਂ ਲੀਡਰਾਂ ਤੋਂ ਲੱਗ ਕੇ ਥੱਲੇ ਤੱਕ ਸਭ ਦੇ ਸਭ ਜਿਹੜੇ ਨੇ ਇੰਨੇ ਬੇਹਿੱਸ ਹੋ ਚੁੱਕੇ ਕਿ ਉਹ ਜਿਹੜੀ ਕੁਰਾਨ ਮਜੀਦ ਦੇ ਵਿੱਚ ਜਦੋਂ ਉਹਨਾਂ ਕੌਮਾਂ ਦੀ ਨਿਸ਼ਾਨੀਆਂ ਮਿਲਦੀਆਂ ਨੇ ਤੇ ਅਸੀਂ ਉਹਦੇ ਮੁਤਲਕ ਸੋਚ ਨਹੀਂ ਸਕਦੇ ਕਿ ਇੰਨੀਆਂ ਤਰੱਕੀ ਯਾਫਤਾ ਕੌਮਾਂ ਇੰਨੀਆਂ ਅੱਲਾ ਬਿਲਡਿੰਗਾਂ ਬਣਾਉਣ ਵਾਲੀਆਂ ਅੱਲਾ ਤਾਲਾ ਨੇ ਮਿੰਟਾਂ ਸਕਿੰਟਾਂ 'ਚ ਉਹਨਾਂ ਨੂੰ ਤਬਾਹ ਬਰਬਾਦ ਕਰ ਦਿੱਤਾ। ਉਹਨਾਂ ਨੂੰ ਮਾਜ਼ੀ ਦੇ ਕਿਸੇ ਬਣ ਗਏ ਤੇ ਸਮਝ ਨਹੀਂ ਸੀ ਆਉਂਦੀ ਕਿ ਉਹ ਕਿਸ ਤਰ੍ਹਾਂ ਦੀਆਂ ਕੌਮਾਂ ਹੋਣਗੀਆਂ। ਲੇਕਿਨ ਅੱਜ ਦੇ ਜਿਹੜੇ ਵਾਕਿਆਤ ਅਸੀਂ ਆਪਣੀਆਂ ਅੱਖਾਂ 'ਚ ਦੇਖ ਰਹੇ ਹਾਂ ਇਹ ਲੋਕਾਂ ਦੀਆਂ ਜਿਹੜੀਆਂ ਹਰਕਤ ਨੇ ਇਹਨਾਂ ਨੂੰ ਵੇਖ ਕੇ ਫਿਰ ਅੰਦਾਜ਼ਾ ਹੁੰਦਾ ਕਿ ਉਹ ਉਹਨਾਂ ਕੌਮਾਂ ਦੇ ਕੀ ਹਾਲਾਤ ਹੋਣਗੇ। ਤੇ ਚੀਜ਼ ਇਹ ਵੇ ਕਿ ਇਹ ਵਾਕਿਆ ਬੜਾ ਹੀ ਦਰਦਨਾਕ ਵਾਕਿਆ। ਇੱਕ ਬਜ਼ੁਰਗ ਕੋਈ ਹੋਵੇ ਕੋਈ ਵੱਡੀ ਉਮਰ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਪਾਕਿਸਤਾਨ 'ਚ ਤੁਸੀਂ ਦੇਖਿਆ ਇੰਨੇ ਵਾਕਮਸ਼ਾਲ ਹੋ ਗਿਆ ਫਿਰ ਉਹ ਬੈਂਕ ਮੈਨੇਜਰ ਹੋ ਗਿਆ ਫਿਰ ਹਰ ਕਿਸੇ ਨੂੰ ਕਿਸੇ ਨਾ ਕਿਸੇ ਮਜ਼ਹਬ ਦੀ ਬੁਨਿਆਦ ਉੱਤੇ ਇਹ ਮਜ਼ਹਬੀ ਤਹਿਰੀਕ ਜਿਹੜੀਆਂ ਤਨਜ਼ੀਮਾਂ ਨੇ ਉਹਨਾਂ ਨੇ ਜਾਂ ਉਹਨਾਂ ਤੋਂ ਮੁਤਾਸਰ ਹੋ ਕੇ ਲੋਕਾਂ ਨੇ ਜਿਹੜੇ ਉਹ ਜਿਨ੍ਹਾਂ ਦੇ ਜ਼ੇਨ ਸਾਫ਼ ਹੋ ਚੁੱਕੇ ਨੇ ਉਹਨਾਂ ਨੇ ਕਿ ਉਹਨਾਂ ਨੂੰ ਕਤਲ ਕੀਤਾ ਜਾਂ ਸ਼ਹੀਦ। ਹੁਣ ਇੱਕ 4 ਸਾਲ ਦਾ ਬੱਚਾ ਉਹਨੂੰ ਤੁਸੀਂ ਜਿਸ ਨੀਅਤ ਨਾਲ ਵੀ ਅਗਵਾ ਕੀਤਾ ਇਹ ਤੇ ਜਦੋਂ ਤਹਿਕੀਕ ਹੋਏਗੀ ਵਾਪਸ ਸਾਹਮਣੇ ਆਏਗੀ ਤਫਤੀਸ਼ ਹੋਏਗੀ। ਲੇਕਿਨ ਜਿਹੜਾ ਹਜੇ ਨਜ਼ਰ ਆ ਰਿਹਾ ਰਿਜ਼ਲਟ ਇਹ ਆਉਂਦਾ ਕਿ ਜਦੋਂ ਔਰ ਅਗਵਾ ਦੇ ਬਾਅਦ ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਗੱਲ ਮੀਡੀਆ 'ਚ ਆ ਗਈ ਹੈ ਔਰ ਇਹ ਫੈਮਿਲੀ ਜਿਹੜੀ ਹੈ ਇਹ ਇਹਨਾਂ ਦੇ ਕੋਈ ਬਾਤ ਕੁਰਸੀ ਨਹੀਂ ਇਹਨਾਂ ਨੂੰ ਜੋ ਮਰਜ਼ੀ ਕਰ ਲਓ ਇਹਨਾਂ ਦੇ ਨਾਲ ਕੋਈ ਬਾਕੀ ਕੋਈ ਕਿਸੇ ਜਰਨੈਲ ਦਾ ਪੁੱਤਰ ਹੁੰਦਾ ਕਿਸੇ ਕਰਨਲ ਦਾ ਹੁੰਦਾ ਕਿਸੇ ਪੁਲਿਸ ਤੇ ਉਹਨਾਂ ਨੂੰ ਪਤਾ ਸੀ ਅਗਰ ਹੱਥ ਲਾਇਆ ਤੇ ਸਾਡੇ ਵੀ ਧੌਣਾ ਵੱਡੀਆਂ ਜਾਣੀਆਂ ਨੇ। ਲੇਕਿਨ ਉਹਨਾਂ ਨੂੰ ਪਤਾ ਇਹ ਲੱਗਾ ਕਿ ਜੀ ਇਹ ਬੰਦੇ ਅਹਿਮਦੀ ਨੇ ਮਾਸੂਮ ਨੇ ਇਹਨਾਂ ਦੇ ਕੋਈ ਕਿਸੇ ਦਾ ਮਤਲਬ ਅੱਲਾ ਦੇ ਸਿਵਾ ਇਹਨਾਂ ਦੀ ਕਿਸੇ ਨੇ ਨਹੀਂ ਸੁਣਨੀ ਤੇ ਉਹ ਉਹਨਾਂ ਨੇ ਆਖਿਆ ਚਲੋ ਇਹਨੂੰ ਮਾਰ ਦਿਓ। ਤੁਸੀਂ ਮੈਂ ਉਹ ਫਿਰ ਵੀਡੀਓਜ਼ ਜਿਹੜੀਆਂ ਨੇ ਬਕਾਇਦਾ ਆਪਣੇ ਚੈਨਲ ਦੇ ਉੱਤੇ ਵੀ ਉਹਨੂੰ ਅੱਜ ਸਵੇਰੇ ਪ੍ਰੋਗਰਾਮ ਦੇ ਵਿੱਚ ਦਿਖਾਈਆਂ ਨੇ ਸ਼ਾਇਦ ਦੋਸਤਾਂ ਦੇ ਅਗਰ ਇਲਮ 'ਚ ਨਹੀਂ ਹੈ ਆਪਣਾ ਮਾਸ਼ਾਅੱਲਾ ਹੱਸਦਾ ਵਸਦਾ ਪਾਕਿਸਤਾਨ ਦੇ ਜ਼ਰੀਏ ਲੋਕਾਂ ਨੂੰ ਅਪਡੇਟ ਦਿੰਦੇ ਰਹਿੰਦੇ ਹੋ। ਬਾਜ਼ ਖਬਰਾਂ ਅੱਛੀਆਂ ਸੰਜੀਦਾ ਖਬਰਾਂ ਮਜ਼ਾਹੀਆ ਖਬਰਾਂ ਔਰ ਅਪਡੇਟ ਨਿਊਜ਼। ਇਸੇ ਤਰ੍ਹਾਂ ਮੇਰਾ ਵੀ ਇੱਕ ਛੋਟਾ ਸ਼ੁਗਲ ਜਿਹਾ ਹੈ ਅਫਜ਼ਲ ਵੈਸ YouTube ਚੈਨਲ ਮਤਲਬ ਉਹਦੇ 'ਚ ਅਫਜ਼ਲ ਵੈਸ ਸਿਰਫ ਲਿਖੋ ਤੋਂ ਮੇਰੀ ਸਾਰੀਆਂ ਉਹਦੇ 'ਚ ਮੈਂ ਵੀ ਇਸ ਤਰ੍ਹਾਂ ਬਾਜ਼ ਔਕਾਤ ਗਾਹੇ ਬਗਾਹੇ ਜਿਹੜੀਆਂ ਨਿਊਜ਼ ਹੁੰਦੀਆਂ ਨੇ ਉਹਨਾਂ ਤੇ ਆਪਣਾ ਤਬਸਰਾ ਜਾਂ ਸੁਬਹ ਦੀ ਮੇਰਾ ਟਾਰਗੇਟ ਸੁਬਹ ਦੀ ਸੈਰ ਸ਼ਾਮ ਦੀ ਸੈਰ ਲੋਕਾਂ ਨੂੰ ਮੋਟੀਵੇਸ਼ਨ ਵਾਸਤੇ ਔਰ ਸੈਰ ਦੇ ਨਜ਼ਾਰਿਆਂ 'ਚ ਜਿਹੜਾ ਕੋਈ ਪੈਗਾਮ ਦੇਣਾ ਦਾ ਗੱਲ ਕਰਨੀ ਉਹ ਪਹੁੰਚਾਉਣਾ। ਇਸ ਤਰ੍ਹਾਂ ਹੀ ਅੱਜ ਮੈਂ ਉਹ ਪ੍ਰੋਗਰਾਮ ਜਿਹੜਾ ਸੀ ਮੇਰਾ 10 ਮਿੰਟ ਦਾ ਉਹ ਇਸੇ ਚੈਨਲ ਮੈਂ ਤੇ ਤੁਸੀਂ ਵੀ ਉਹ ਇਸੇ ਖਬਰ ਨੂੰ ਹੀ ਜਿਹੜਾ ਆਪਕਾ ਮੇਰਾ ਖਿਆਲ ਹੈ ਗਾਲਬਨ
ਤੁਹਾਨੂੰ ਮਿਲੀ, ਤੁਸੀਂ ਫੋਕਸ ਕਰ ਰਹੇ ਹੋ। ਤੇ ਇਹਦੇ ਵਿੱਚ ਮੇਰੀ ਨਜ਼ਰ ਦੇ ਵਿੱਚ ਨਈਮ ਸਾਹਿਬ, ਮੇਰੀ ਨਜ਼ਰ ਦੇ ਵਿੱਚ ਜਿਹੜੀਆਂ ਕੌਮਾਂ ਇਸ ਲੈਵਲ ਤੇ ਪਹੁੰਚ ਜਾਣ ਫਿਰ ਉਹਨਾਂ ਦਾ ਟਾਈਮ ਜਿਹੜਾ ਨਾ ਬਾਕੀ ਦਾ ਉਹਦੇ ਮੁਤਲਕ ਤੁਸੀਂ ਕੁਝ ਨਹੀਂ ਕਹਿ ਸਕਦੇ। ਸਿਰਫ ਇਹ ਹੈ ਕਿ ਕੌਮ ਉੱਠ ਖਲੋਵੇ, ਲੋਕ ਜਿਹੜੇ ਵੇ ਸ਼ਰੀਫ ਲੋਕ ਨੇ ਉਹ ਕਹਿਣ ਕਿ ਯਾਰ ਇਹ ਜਿਹੜਾ ਮਜ਼ਹਬ ਦੇ ਨਾਮ ਦੇ ਉੱਤੇ ਲੋਕਾਂ ਨਾਲ ਜ਼ਿਆਦਤੀ ਹੋ ਰਹੀ, ਕਤਲੋ ਗਾਰਤ ਹੋ ਰਿਹਾ। ਇੱਕ ਛੋਟਾ ਨਹੀਂ, ਇੱਕ ਨਹੀਂ ਸਿਰਫ ਅਹਿਮਦੀ ਹੋਣਾ ਕੱਲੀ ਵੱਡੀ, ਇੱਕ ਕ੍ਰਿਸਚੀਅਨ ਹੋ ਗਏ, ਹਿੰਦੂ ਹੋ ਗਏ, ਹਰ ਇਨਸਾਨ ਜਿਹੜਾ ਹੈ ਉਹ ਅੱਲਾ ਦੀ ਮਖਲੂਕ ਹੈ, ਅੱਲਾ ਨੇ ਭੇਜਿਆ ਔਰ ਉਹ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ, ਇਹ ਚੀਜ਼ਾਂ ਭੁੱਲ ਚੁੱਕੀ ਹੈ ਸਾਡੀ ਕੌਮ ਜਿਹੜੀ ਹੈ ਨਾ। ਤੇ ਬਹਰਹਾਲ ਜਿਹਨੂੰ ਮੁਰੰਮਤ ਕੀਤੀ ਜਾਏ ਘਾਟੇ, ਹੁਣ ਉਹ ਜਿਹੜੇ ਵਾਲदैन ਜਿਹੜੇ ਪਹਿਲੇ ਵਿਚਾਰੇ जिन्नी देर उन्होंने उम्मीद सी वो चैनल पे आके लोगों से अपील है कि जिसको जहाँ कहीं भी हमारा बच्चा मिले हमसे रब्ता करे। छोटा सा बच्चा है, 4 साल का मेरा बच्चा है, मासूम है। यही कहना चाहूंगी कि अपने जिस तरह मेरा बच्चा उस तरह आप लोगों के भी बच्चे होंगे, अपने बच्चों का वास्ता आपका मेरे बच्चे की मदद करें, उनको ढूंढ के कोशिश करें ढूंढने की। जो सोशल मीडिया के जरिए कर रहे सन दरखास्तां कि साडा बच्चा जिहड़ा 4 साल दा उहदा की कसूर है, उहनूं तुसां अगवा कीता ते वापस कर दिओ। लेकिन उन्हां नूं जदों लाश मिली होएगी बच्चे दी ते ओह ही दस सकदे ने कि उहनां दे दिलां दे विचों किहड़ियां बददुआं निकलियां होणगीआं इस कौम वास्ते, या उन्हां लोकां वास्ते जिन्हां ने हरकत कीती है, या उन्हां लीडरां वास्ते जिन्हां ने उन्हां लोकां दे ब्रेन वाश कीते ने ਇਹੋ ਜਿਹੀਆਂ ਹਰਕਤਾਂ ਕਰਨ ਵਾਸਤੇ। ਅੱਛਾ, ਉਹਨਾਂ ਨੇ 1 ਲੱਖ ਦੀ ਡਿਮਾਂਡ ਵੀ ਕਰਦੀ ਸੀ। ਅੱਜ ਸਵੇਰ ਮੈਨੂੰ ਇੱਕ ਨਾ ਮਸੂਦ ਪਾਸ਼ਾ ਸਾਹਿਬ ਨੇ ਮਲਾਇਸ਼ੀਆ ਤੋਂ ਰਾਤ ਨੂੰ ਸੱਚ ਉਹਨਾਂ ਦਾ ਫੋਨ ਆਇਆ, ਯਕੀਨ ਕਰੋ ਗੁਜ਼ਾਰੋਖਦਾਰ ਰੋ ਰਹੇ ਸੀ, ਸਿਸਕੀਆਂ ਲੈਣ ਦੇ ਸੀ। ਮੈਂ ਉਹਨਾਂ ਨੂੰ ਪੁੱਛਿਆ ਪਾਸ਼ਾ ਸਾਹਿਬ ਕੀ ਇਹ ਖੈਰੀਅਤ ਹੈ? ਉਹ ਕਹਿੰਦੇ ਯਾਰ ਉਹ ਮੈਨੂੰ ਦੁੱਖ ਹੈ, ਤਕਲੀਫ ਹੈ ਕਿ 4 ਸਾਲ ਦਾ ਬੱਚਾ ਹੈ, ਅਹਿਮਦੀ ਹੋਣ ਦੇ ਜੁਰਮ ਜਿਹਨੂੰ ਕਤਲ ਕਰ ਦਿੱਤਾ ਹੈ। ਇੱਕ ਇਹ ਵਾਕਿਆ ਹੈ, ਇੱਕ ਕੁਝ ਦਿਨ ਪਹਿਲੇ ਵੀ ਹੋਇਆ ਸੀ, 10-11 ਸਾਲ ਦਾ ਬੱਚਾ ਸ਼ਦਰੇ ਵੀ ਕਤਲ ਕਰ ਦਿੱਤਾ ਗਿਆ ਸੀ। ਤੇ ਉਹਦੀ ਵੀ ਜਿਹੜੀ ਸੀ ਉਹਦੀ ਵੀ ਰਿਪੋਰਟ ਜਿਹੜੀ ਡਿਟੇਲ ਪਤਾ ਲੱਗਾ ਸੀ ਕਿ ਉਹ ਬੱਚਾ ਜਿਹੜਾ ਉਹ ਖੇਲਦਾ ਜਦੋਂ ਨਾਲ ਦੇ ਘਰ ਚ ਗਿਆ ਤੇ ਉਹਨਾਂ ਨੇ ਆਪਣਾ ਉਹਨੂੰ ਪਤਾ ਕੀ ਪ੍ਰੋਬਲਮ ਕੀ ਨਹੀਂ ਤਾਂ ਮਸਲਾ ਇਹ ਵੇ ਕਿ ਸਾਡੀ ਕੌਮ ਦੇ, ਅਸੀਂ ਵੀ ਉਸੇ ਮੁਲਕ ਤੋਂ ਆਏ, ਸਾਨੂੰ ਪਤਾ ਉੱਥੇ ਕਿਸੇ ਵੀ ਇਨਸਾਨ ਨੂੰ ਕਤਲ ਕਰਕੇ ਤੇ ਉਹਦੇ ਬਾਅਦ ਉਹਨੂੰ ਜਿਹੜਾ ਮਰਜ਼ੀ ਰੰਗ ਦੇ ਦੇਖੋ ਜੀ ਇੰਜ ਹੋ ਗਿਆ ਸੀ। ਅਸਲ ਜਿਹੜੀ ਪਿੱਛੇ ਦਿਲ ਦੇ ਵਿੱਚ ਗੱਲਾਂ ਨੇ ਜਿਸ ਬੇਸ ਦੇ ਉੱਤੇ ਉਹ ਇਹ ਵੇ ਕਿ ਮਜ਼ਹਬੀ ਮੁਨਾਫੇ ਕਿ ਸਾਡੇ ਮੁਲਕ ਦੇ ਵਿੱਚ ਕੋਈ ਵੀ ਭੈੜਾ ਕੰਮ ਕਰਕੇ ਚੋਰੀ ਲੈ ਲਓ, ਕਿਸੇ ਦਾ ਹੱਕ ਮਾਰ ਲਓ, ਕਿਸੇ ਕੋਈ ਉਹਨੂੰ ਤੁਸੀਂ ਬਾਅਦ ਦੇ ਵਿੱਚ ਮਜ਼ਹਬ ਦਾ ਰੰਗ ਦੇ ਕੇ ਮਜ਼ਹਬੀ ਮੁਨਾਫਰਤ ਔਰ ਉਹ ਲੋਕਾਂ ਦੀਆਂ ਤੁਸੀਂ ਹਮਦਰਦੀਆਂ ਲੈ ਲੈਂਦੇ ਜੇ ਕਿ ਇਸ ਬੰਦੇ ਦਾ ਤੇ ਤਲਕ ਫਲਾਣੇ ਨਾਲ ਸੀ, ਇਸ ਵਾਸਤੇ ਕਿ ਇਹਦੀ ਜਾਨ ਦੀ ਤੇ ਕੋਈ ਕਦਰ ਨਹੀਂ ਹੈਗੀ, ਇਹ ਤੇ ਇੰਝ ਹੀ ਜਿਵੇਂ ਕਿਸੇ ਜਾਨ ਛੋਟੇ ਪਰਿੰਦਾ ਜਾਂ ਕੋਈ ਚਿੜੀ ਮਾਰ ਦਿੱਤੀ। ਇਹ ਤੇ ਸਾਡੇ ਮੁਲਕ ਦੇ ਵਿੱਚ ਇਸ ਟਾਈਮ ਹਾਲਤ ਹੋਈ ਹੈ। ਤੇ ਬਹਰਹਾਲ ਅੱਛਾ, ਤੁਸੀਂ ਇਹ ਦੱਸੋ, ਤੁਹਾਡਾ ਮਾਸ਼ਾਅੱਲਾ ਹਿਸਾਬ ਦੇ ਨਾਲ ਤੁਹਾਡਾ ਵੀ ਤਾਂ ਲੱਗੇ ਕਿ ਇਹ ਜਿਹੜੇ ਲੋਕੀ ਨੇ ਜ਼ੁਲਮ ਕਰਦੇ ਨੇ, ਬੱਚਿਆਂ ਦੇ ਜ਼ੁਲਮ ਕਰਦੇ ਨੇ, ਆਮ ਇਨਸਾਨਾਂ ਦੇ ਜ਼ੁਲਮ ਕਰਦੇ ਨੇ, ਉਹਨਾਂ ਦੇ ਕੋਈ ਇਬਰਤਨਾਕ ਸਜ਼ਾਵਾਂ ਹੋਣੀ ਚਾਹੀਦੀ ਨਹੀਂ ਕਿ ਨਹੀਂ? ਵਜ਼ੀਰ ਆਜ਼ਮ ਪਾਕਿਸਤਾਨ ਦੀ ਤਰਫੋਂ ਰਿਆਸਤ ਮਦੀਨਾ ਦੀ ਜ਼ਿਕਰ ਕਰਦਾ ਹੈ, ਤੇ ਕਿਆ ਰਿਆਸਤ ਮਦੀਨਾ ਚ ਕਦੀ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਜ਼ਬਾਨੀ ਚ ਐਸੇ ਦੇ ਵਾਕਿਆਤ ਹੋਏ ਸੀ? ਇਹਦੇ ਬਾਰੇ ਚ ਕੋਈ ਥੋੜਾ ਜਿਹਾ ਦੱਸ ਦਿਓ ਆਖਰੀ ਬਿਆਨ ਨਾ। ਗੱਲ ਇਹ ਵੇ ਨਈਮ ਸਾਹਿਬ, ਰਿਆਸਤ ਸਾਡੇ ਮੁਲਕ ਦੇ ਵਿੱਚ ਕੋਈ ਵੀ ਸ਼ਖਸ ਇਨਕਲੂਡਿੰਗ ਸਦਰ ਵਜ਼ੀਰ ਆਜ਼ਮ ਜਾਂ ਆਰਮੀ ਬਗੈਰ ਕਿਸੇ ਮਕਸਦ ਦੇ, ਬਗੈਰ ਕਿਸੇ ਗਰਜ਼ ਦੇ ਉਹ ਕੋਈ ਕੰਮ ਨਹੀਂ ਕਰ। ਅਸੀਂ ਵੀ ਉੱਥੇ ਵੱਡੇ ਹੋਏ ਹਾਂ। ਹੁਣ ਇਹ ਵੇ ਕਿ ਉਹ ਸਾਰੇ ਦੇ ਸਾਰੇ ਮਜ਼ਹਬ ਦਾ ਪੱਤਾ ਜਿਹੜਾ ਮਜ਼ਹਬ ਨੂੰ, ਇਹ ਵਜ਼ੀਰ ਆਜ਼ਮ ਬਣਨ ਤੋਂ ਪਹਿਲਾਂ ਜਦੋਂ ਜਾ ਕੇ ਤਾਲਿਬਾਨ ਨੂੰ ਵੀ ਮਿਲਦਾ ਰਿਹਾ ਔਰ ਜਾ ਕੇ ਸਾਰੇ ਮਜ਼ਹਬੀ ਫਿਰ ਜਾ ਕੇ ਸਜਦੇ ਵੀ ਕਬਰਾਂ ਤੇ ਕੀਤੇ, ਫਿਰ ਇਹ ਹਮਦਰਦੀਆਂ ਲੈਣ ਦੇ ਸਾਰੇ ਅੰਦਾਜ਼ ਸਨ। ਹੁਣ ਇਹਦੇ ਦੌਰ ਦੇ ਵਿੱਚ ਆ ਕੇ ਕੰਮ ਕਾਫੀ ਤੇਜ਼ ਹੋਏ ਨੇ। ਮਜ਼ਹਬੀ ਇਖਤਲਾਫ ਦੀ ਬੁਨਿਆਦ ਤੇ ਕਤਲੋ ਗਾਰਤ ਜਾਂ ਦੂਜਿਆਂ ਦੀਆਂ ਕਬਰਸਤਾਨਾਂ ਦੀਆਂ ਮਸਜਿਦਾਂ ਦੀਆਂ ਤੋਹੀਨਾਂ, ਇਹ ਉਹ ਆਇਆ ਇੱਕ ਵਜ਼ੀਰ ਆਜ਼ਮ ਹੋ ਕੇ ਉਹਨੇ ਕੋਈ ਕਿਸੇ ਕਿਸਮ ਦਾ ਕਿਸੇ ਟਾਈਮ ਉਹਨੇ ਕੋਈ ਓਪਨ ਬਿਆਨ ਦਿੱਤਾ ਹੋਵੇ ਕਿ ਮੈਨੂੰ ਹਮਦਰਦੀ ਐਜ਼ ਏ ਵਜ਼ੀਰ ਆਜ਼ਮ ਹੁੰਦਿਆਂ ਇਸ ਕਮਿਊਨਿਟੀ ਦੇ ਨਾਲ, ਕਿਉਂਕਿ ਇਹਨਾਂ ਨਾਲ ਇਸ ਵਾਸਤੇ ਕਿ ਉਹ ਡਰਪੋਕ ਪਿੱਛੋਂ ਉਹਨੂੰ ਪਤਾ ਕਿ ਮੈਂ ਅੱਜ ਬੋਲਾਂਗਾ ਤੇ ਜਿੰਨੀਆਂ ਮਜ਼ਹਬੀ ਤੰਜ਼ੀਮਾਂ ਨੇ ਤੇ ਮੇਰੇ ਖਿਲਾਫ ਹੋ ਜਾਣਗੀਆਂ। ਤੇ ਰਸੂਲ ਪਾਕ ਸੱਲੱਲਾਹੁ ਅਲੈहि ਵਸੱਲਮ ਦਾ ਤੁਸੀਂ ਜਿਹੜਾ ਜ਼ਿਕਰ ਕੀਤਾ ਉਸ ਜ਼ਮਾਨੇ ਦੇ ਵਿੱਚ, ਜਿਹੜੀ ਗੱਲ ਇਹ ਕਿ ਉਸ ਜ਼ਮਾਨੇ ਨੂੰ ਤੇ ਤੁਸੀਂ ਇਹਨਾਂ ਨਾਲ ਕੰਪੈਰੀਜ਼ਨ ਹੀ ਨਹੀਂ ਕਰ ਸਕਦੇ, ਤੇ ਜ਼ਿਆਦਤੀ ਹੈ।
ਅਗਰ ਤੁਸੀਂ ਉਸ ਜ਼ਮਾਨੇ ਨੂੰ ਇਸ ਮੁਲਕ ਜਾਂ ਇਸ ਕੌਮ ਦੇ ਨਾਲ ਕੰਪੈਰੀਜ਼ਨ ਹੁੰਦੇ ਦੀ ਵੀ ਕੁਝ ਅਸੂਲ ਵੀ ਕੋਈ ਬੰਦਾ ਕਮ ਸੇ ਕਮ ਉੱਥੇ ਕੰਪੈਰੀਜ਼ਨ ਕਰਦਾ ਜਿੱਥੇ ਕੋਈ ਚੀਜ਼ ਵਿੱਚੋਂ ਇੱਕ ਵੀ ਜਿਹੜੀ ਹੈ ਉਹ ਬੰਦਾ ਕਵੇ ਕਿ ਆ ਦੇਖੋ ਇੱਥੇ ਤੇ ਮਿਲ ਰਹੀਆਂ ਨੇ ਚੀਜ਼ਾਂ, ਬਾਕੀ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹਨਾਂ 'ਚ ਇਖਤਲਾਫ। ਇੱਥੇ ਤੇ ਆਵੇ ਦਾ ਆਵਾ ਹੀ ਮੁਕੰਮਲ ਤਾਲੀਮ ਦੇ ਖਿਲਾਫ, ਮੁਕੰਮਲ ਰਸੂਲ ਪਾਕ ਸੱਲਮ ਰਹਿਮਤੁਲ ਆਲਮੀਨ ਕਰਾਰ ਪਾਏ, ਦੁਨੀਆ ਨੂੰ ਉਹਨਾਂ ਨੇ ਪਿਆਰ ਮੁਹੱਬਤ ਨਾਲ ਦਿਲ ਜਿੱਤੇ। ਇੱਥੇ ਕੀ ਹੋ ਰਿਹਾ? ਇੱਥੇ ਤੇ ਤੁਸੀਂ ਆਂਦੇ ਹੋ ਕਿ ਭਾਈ ਜੀ ਸਾਡਾ ਜਿਹੜਾ ਕੋਈ ਮੰਨਦਾ ਨਹੀਂ ਸਾਨੂੰ ਜਾਂ ਸਾਡੇ ਇਖਤਲਾਫ ਕਰਦਾ ਉਹ ਸਰ ਤਨ ਸੇ ਜੁਦਾ ਤੇ ਪਤਾ ਨਹੀਂ ਕੀ ਨਾਰੇ ਨੇ। ਇਸ ਵਾਸਤੇ ਇਹ ਤੁਸੀਂ ਨਹੀਂ ਕਹਿ ਸਕਦੇ ਕਿ ਕੰਪੈਰੀਜ਼ਨ ਹੋ ਸਕਦਾ ਹੈ ਉਸ ਜ਼ਮਾਨੇ 'ਚ ਕੋਈ ਇਸ ਤਰ੍ਹਾਂ ਦਾ ਸਰਦਸਤ ਮੇਰੇ ਕੋਲ ਕੋਈ ਜ਼ੁਬਾਨੀ ਐਸਾ ਵਾਕਿਆ ਨਹੀਂ ਹੈ ਕਿ ਜਿਹੜਾ ਰਸੂਲ ਪਾਕ ਸੱਲਮ ਦੇ ਜ਼ਮਾਨੇ 'ਚ ਕਿਸੇ ਬੱਚੇ ਨੂੰ, ਛੋਟੇ ਬੱਚੇ ਨੂੰ ਕਤਲ ਕੀਤਾ ਗਿਆ ਹੋਵੇ ਔਰ ਫਿਰ ਉਹਨੂੰ ਸਰੇਆਮ ਜਿਹੜਾ ਉਹਨੂੰ ਫਾਂਸੀ ਹੋ ਜਾਂ ਮੌਤ ਦੀ ਸਜ਼ਾ। ਲੇਕਿਨ ਜਿਹੜੀ ਤਾਲੀਮ ਹੈ, ਤਾਲੀਮ ਤੇ ਇਹ ਹੈ ਕਿ ਜਿਹੜੀ ਇੱਕ ਜਾਨ ਹੈ ਉਹ ਪੂਰੀ ਉਹਦੀ ਕਤਲ, ਪੂਰੀ ਇਨਸਾਨੀਅਤ ਦਾ ਕਤਲ ਹੈ। ਇਸ ਤੋਂ ਵੱਡਾ ਕੀ ਅਸੂਲ ਹੋ ਸਕਦਾ? ਫਿਰ ਉਹ ਵੀ ਬੁਨਿਆਦ ਤੇ ਸਿਰਫ ਕਿ ਇਸ ਵਾਸਤੇ ਕਿ ਉਹਨਾਂ ਦੇ ਵਾਲਦੈਨ ਜਿਹੜੇ ਸਨ ਉਹਨਾਂ ਦਾ ਤਲਕ ਇੱਕ ਐਸੇ ਕਮਿਊਨਿਟੀ ਨਾਲ ਜਿਹਦਾ ਕੋਈ ਵਾਲੀ ਵਾਰਿਸ ਨਹੀਂ, ਜਿਨ੍ਹਾਂ ਨੂੰ ਪਾਕਿਸਤਾਨ ਦੇ ਵਿੱਚ ਛੂਤ ਦੀ ਬਿਮਾਰੀ ਤੋਂ ਵੀ ਜ਼ਿਆਦਾ ਸਮਝਿਆ ਜਾਂਦਾ ਕਿ ਇਹ ਖਤਰਨਾਕ